ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਬरुण कौर मान। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਹਨ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ ਦੇ ਵਿੱਚ ਮੰਨਿਆ ਪ੍ਰਮੰਨਿਆ ਨਾਮ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਕੈਨੇਡਾ ਵਿੱਚ ਵਿਆਹ ਰਾਹੀਂ ਪੱਕੇ ਹੋਣ ਵਿੱਚ ਭਾਰਤੀ ਮੋਹਰੀ। ਦੁਨੀਆ ਦੇ 20 ਤੋਂ ਵੱਧ ਦੇਸ਼ਾਂ ਵਿੱਚ ਮੰਕੀ ਪੌਕਸ ਦੇ 200 ਤੋਂ ਵੱਧ ਮਾਮਲੇ, ਵਿਗਿਆਨੀਆਂ ਨੇ ਦਿੱਤੀ ਚੇਤਾਵਨੀ। ਨਿਊ ਜਰਸੀ ਸਟੇਟ ਸੈਨੇਟ ਵੱਲੋਂ ਸਿੱਖ ਕੌਮ ਦੇ ਹੱਕ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਹੈ, ਜਿਸ ਰਾਹੀਂ ਇੱਥੋਂ ਦੇ ਸਿੱਖਾਂ ਵੱਲੋਂ ਸਟੇਟ ਲਈ ਪਾਏ ਗਏ ਵਡਮੁੱਲੇ ਯੋਗਦਾਨ ਦੀ ਕੀਤੀ ਗਈ ਸ਼ਲਾਘਾ। ਅਮਰੀਕਾ ਖੁਦ ਨੂੰ ਬਚਾਉਣ ਲਈ ਹਥਿਆਰ ਜ਼ਰੂਰੀ, ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬਿਆਨ। ਟੈਕਸਾਸ ਸਕੂਲ ਵਿੱਚ ਗੋਲੀਬਾਰੀ ਕਰਨ ਵਾਲੇ ਨੇ ਖਰੀਦੀਆਂ ਸੀ 2 ਅਸੌਲਟ ਰਾਈਫਲਾਂ। ਸਕੂਲ 'ਚ ਗੋਲੀਬਾਰੀ ਤੇ ਪੁਲਿਸ ਦੀ ਜਵਾਬੀ ਕਾਰਵਾਈ ਦੇ ਬਾਰੇ ਵਿੱਚ ਉਹਨਾਂ ਨੂੰ ਗੁੰਮਰਾਹ ਕੀਤਾ ਗਿਆ। ਗਵਰਨਰ। ਸ਼ਿਕਾਗੋ ਵਿੱਚ ਫਿਰ ਤੋਂ ਹੋਈ ਗੋਲੀਬਾਰੀ, 3 ਜ਼ਖਮੀ। ਫਲਾਈਟ ਅਟੈਂਡੈਂਟ ਦੇ ਮੂੰਹ ਤੇ ਔਰਤ ਨੂੰ ਮੁੱਕਾ ਮਾਰਨਾ ਪਿਆ ਭਾਰੀ, ਹੋਈ ਜੇਲ੍ਹ ਤੇ ਜੁਰਮਾਨਾ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਕੈਨੇਡਾ ਵਿੱਚ ਸੰਸਾਰ ਦੇ ਵੱਖ-ਵੱਖ ਕੋਨਿਆਂ ਤੋਂ ਸਾਰਾ ਸਾਲ ਲੋਕਾਂ ਦਾ ਪੁੱਜਣਾ ਜਾਰੀ ਰਹਿੰਦਾ ਹੈ, ਜਿਸ ਵਿੱਚ ਬੀਤੇ ਸਾਲਾਂ ਦੌਰਾਨ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ ਹੋ ਚੁੱਕੀ ਹੈ। ਬੀਤੇ ਦਹਾਕਿਆਂ ਦੌਰਾਨ ਚੀਨ ਤੇ ਫਿਲੀਪਾਈਨ ਤੋਂ ਵੱਡੀ ਗਿਣਤੀ ਵਿੱਚ ਇਮੀਗ੍ਰਾਂਟ ਕੈਨੇਡਾ ਗਏ, ਪਰ ਹੁਣ ਵਿਆਹਾਂ, ਪੜ੍ਹਾਈ, ਸੈਰ ਅਤੇ ਵਰਕ ਪਰਮਿਟ ਲੈ ਕੇ ਕੈਨੇਡਾ ਜਾਣ ਵਾਲੇ ਵਿਦੇਸ਼ੀਆਂ ਵਿੱਚ ਭਾਰਤ ਦਾ ਨੰਬਰ ਪਹਿਲਾ ਹੁੰਦਾ ਜਾ ਰਿਹਾ ਹੈ। ਬੀਤੇ ਸਾਲ ਦੌਰਾਨ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਵਿਆਹ ਦੇ ਆਧਾਰ ਤੇ ਕੈਨੇਡਾ ਵਾਸੀ ਪਤੀ ਜਾਂ ਪਤਨੀ ਕੋਲ ਜਾ ਕੇ ਰਹਿਣ ਲਈ 64,000 ਦੇ ਕਰੀਬ ਅਰਜ਼ੀਕਰਤਾਵਾਂ ਨੂੰ ਪੱਕੇ ਵੀਜ਼ੇ ਜਾਰੀ ਕੀਤੇ ਗਏ ਸਨ, ਜਿਨ੍ਹਾਂ ਵਿੱਚ 1,715 ਭਾਰਤੀ ਸਨ। ਹੋਰਨਾਂ ਦੇਸ਼ਾਂ ਦੇ ਨਾਗਰਿਕਾਂ ਦੀ ਗਿਣਤੀ ਭਾਰਤੀਆਂ ਤੋਂ ਘੱਟ ਹੀ ਨਹੀਂ ਹੈ, ਸਗੋਂ ਨੇੜੇ ਤੇੜੇ ਵੀ ਨਹੀਂ ਹੈ, ਜਿਵੇਂ ਕਿ ਅਮਰੀਕਾ ਦੇ 4,810, ਫਿਲੀਪਾਈਨ ਦੇ 4,805, ਚੀਨ ਦੇ 4,265, ਪਾਕਿਸਤਾਨ ਦੇ 2,740 ਆਦਿ ਬਾਕੀ ਦੇਸ਼ਾਂ ਦੇ ਵਿਅਕਤੀ ਸ਼ਾਮਲ ਨੇ। ਕੈਨੇਡਾ ਦੇ ਇਮੀਗ੍ਰੇਸ਼ਨ ਕਾਨੂੰਨ ਮੁਤਾਬਕ ਪੱਕਾ ਵੀਜ਼ਾ ਲਈ ਉਸ ਵਿਆਹ ਮਾਨਤਾ ਦਿੱਤੀ ਜਾਂਦੀ ਹੈ ਜੋ ਦੋਵੇਂ ਧਿਰਾਂ ਦੀ ਹਾਜ਼ਰੀ ਵਿੱਚ ਹੋਇਆ ਹੋਵੇ, ਭਾਵ ਕਿ ਇਮੀਗ੍ਰੇਸ਼ਨ ਵਾਸਤੇ ਵਰਚੁਅਲ ਵਿਆਹ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ। WHO ਜਾਨੀ ਕਿ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਦੁਨੀਆ ਭਰ ਦੇ 20 ਤੋਂ ਵੱਧ ਦੇਸ਼ਾਂ ਤੋਂ ਮੰਕੀ ਪੌਕਸ ਦੇ ਲਗਭਗ 200 ਮਾਮਲੇ ਸਾਹਮਣੇ ਆਏ ਨੇ। ਹਾਲਾਂਕਿ WHO ਨੇ ਇਹ ਵੀ ਕਿਹਾ ਕਿ ਮਹਾਮਾਰੀ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ ਅਤੇ ਦੁਨੀਆ ਭਰ ਵਿੱਚ ਉਪਲਬਧ ਇਸ ਬਿਮਾਰੀ ਲਈ ਦਵਾਈਆਂ ਅਤੇ ਟੀਕਿਆਂ ਦੀ ਬਰਾਬਰ ਵੰਡ ਦਾ ਪ੍ਰਸਤਾਵ ਰੱਖਿਆ ਗਿਆ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਬਰੀਫਿੰਗ ਵਿੱਚ ਕਿਹਾ ਕਿ ਮੌਜੂਦਾ ਮਹਾਮਾਰੀ ਦੀ ਸ਼ੁਰੂਆਤ ਵਿੱਚ ਕਿਵੇਂ ਹੋਈ, ਇਸ ਸੰਬੰਧੀ ਅਜੇ ਕਈ ਸਵਾਲਾਂ ਦੇ ਜਵਾਬ ਨਹੀਂ ਹਨ, ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਸ ਮਹਾਮਾਰੀ ਦਾ ਕਾਰਨ ਵਾਇਰਸ ਵਿੱਚ ਕਿਸੇ ਕਿਸਮ ਦਾ ਜੈਨੇਟਿਕ ਪਰਿਵਰਤਨ ਹੈ। WHO ਦੇ ਮਹਾਮਾਰੀ ਵਿਗਿਆਨ ਨਿਰਦੇਸ਼ਕ ਡਾਕਟਰ ਸਿਲਵੀ ਬ੍ਰਾਂਡ ਨੇ ਕਿਹਾ, ਵਾਇਰਸ ਦੀ ਪਹਿਲੀ ਕ੍ਰਮ ਦਰਸਾਉਂਦੀ ਹੈ ਕਿ ਇਹ ਰੂਪ ਮਹਾਮਾਰੀ ਨਾਲ ਪ੍ਰਭਾਵਿਤ ਦੇਸ਼ ਤੋਂ ਪ੍ਰਾਪਤ ਰੂਪ ਤੋਂ ਵੱਖਰਾ ਨਹੀਂ ਹੈ ਅਤੇ ਇਹ ਸੰਭਵ ਤੌਰ ਤੇ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਆਏ ਬਦਲਾਅ ਦਾ ਨਤੀਜਾ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ WHO ਦੇ ਚੋਟੀ ਦੇ ਸਲਾਹਕਾਰ ਨੇ ਕਿਹਾ ਸੀ ਕਿ ਯੂਰਪ, ਅਮਰੀਕਾ, ਇਜ਼ਰਾਈਲ, ਆਸਟ੍ਰੇਲੀਆ ਤੇ ਹੋਰ ਦੇਸ਼ਾਂ ਵਿੱਚ ਮਹਾਮਾਰੀ ਦਾ ਫੈਲਣਾ ਸ਼ਾਇਦ ਸਪੇਨ ਅਤੇ ਬੈਲਜੀਅਮ ਵਿੱਚ ਹਾਲ ਹੀ ਵਿੱਚ ਹੋਈਆਂ ਰੇਪ ਪਾਰਟੀਆਂ ਦੌਰਾਨ ਜਿਨਸੀ ਸੰਬੰਧਾਂ ਨਾਲ ਜੁੜਿਆ ਹੋਇਆ ਹੈ। ਜੇਕਰ ਅਜਿਹਾ ਹੈ ਤਾਂ ਇਹ ਮੱਧ ਅਤੇ ਪੱਛਮੀ ਅਫਰੀਕਾ ਵਿੱਚ ਵਾਇਰਸ ਫੈਲਣ ਦੇ ਤਰੀਕੇ ਨਾਲੋਂ ਬਿਲਕੁਲ ਵੱਖ ਹੈ, ਜਿੱਥੇ ਇਹ ਬਿਮਾਰੀ ਜੰਗਲੀ ਚੂਹਿਆਂ ਅਤੇ ਬਾਂਦਰਾਂ ਤੋਂ ਮਨੁੱਖਾਂ ਵਿੱਚ ਫੈਲੀ ਹੈ। ਸਪੇਨ ਦੇ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹਨਾਂ ਦੇ ਦੇਸ਼ ਵਿੱਚ ਮੰਕੀ ਪਾਕਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 98 ਹੋ ਗਈ ਹੈ, ਜਿਸ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਨਿਊ ਜਰਸੀ ਸਟੇਟ ਸੈਨੇਟ ਵੱਲੋਂ ਸਿੱਖ ਕੌਮ ਦੇ ਹੱਕ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਹੈ, ਜਿਸ ਰਾਹੀਂ ਇੱਥੋਂ ਦੇ ਸਿੱਖਾਂ ਵੱਲੋਂ ਸਟੇਟ ਲਈ ਪਾਏ ਗਏ ਵੱਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਇਸ ਦੌਰਾਨ ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ। ਈਸਟ ਕੋਸਟ ਸਿੱਖ ਕੋਆਰਡੀਨੇਟਰ ਕਮੇਟੀ ਅਤੇ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਯਤਨਾਂ ਸਦਕਾ ਪਾਸ ਹੋਏ ਇਸ ਮਤੇ ਦੀ ਡਾਕਟਰ ਪ੍ਰਿਤਪਾਲ ਸਿੰਘ ਨੇ ਸ਼ਲਾਘਾ ਕੀਤੀ ਹੈ। ਉਹਨਾਂ ਪੰਜਾਬ ਮੇਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਅਮਰੀਕਾ ਵਿੱਚ ਰਹਿੰਦੇ ਅਜਿਹੇ ਉਪਰਾਲੇ ਕਰਨੇ ਚਾਹੀਦੇ ਨੇ। ਉਹਨਾਂ ਨੇ ਕਿਹਾ ਕਿ ਅਸੀਂ ਪਿਛਲੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਾਂ, ਪਰ ਹਾਲੇ ਤੱਕ ਵੀ ਇੱਥੇ ਅਸੀਂ ਆਪਣੀ ਪਹਿਚਾਣ ਮੁਕੰਮਲ ਤੌਰ ਤੇ ਨਹੀਂ ਬਣਾ ਸਕੇ। ਉਹਨਾਂ ਨੇ ਕਿਹਾ ਕਿ ਸਾਨੂੰ ਸਥਾਨਕ ਰਾਜਨੀਤੀ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ। ਡਾਕਟਰ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਅਜਿਹੇ ਅਦਾਰੇ ਤੋਂ ਜਦੋਂ ਸਿੱਖ ਕੌਮ ਦੀ ਗੱਲ ਹੁੰਦੀ ਹੈ ਤਾਂ ਉਸ ਨਾਲ ਸਾਡੀ ਪਹਿਚਾਣ ਬਣਦੀ ਹੈ। ਸਾਨੂੰ ਚਾਹੀਦਾ ਹੈ ਕਿ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸਥਾਨਕ ਰਾਜਨੀਤੀ ਵਿੱਚ ਆਉਣ ਲਈ ਪ੍ਰੇਰਿਤ ਕਰੀਏ। ਮਤਾ ਪਾਸ ਹੋਣ ਮੌਕੇ ਸਭ ਤੋਂ ਪਹਿਲਾਂ ਭਾਈ ਗੁਰਜੀਤ ਸਿੰਘ ਨੇ ਅਰਦਾਸ ਕੀਤੀ। ਉਪਰੰਤ ਸਟੇਟ ਸੈਨੇਟਰ ਨੇ ਮਤਾ ਪੜ੍ਹਿਆ, ਜੋ ਕਿ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਸਮੂਹ ਸੈਨੇਟ ਮੈਂਬਰਾਂ ਨੇ ਤਾੜੀਆਂ ਵਜਾ ਕੇ ਇਸ ਮਤੇ ਦਾ ਸਵਾਗਤ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ, ਯਾਦਵਿੰਦਰ ਸਿੰਘ, ਯੁਗਰਾਜ ਸਿੰਘ ਵੀ ਹਾਜ਼ਰ ਸਨ।
ਅਮਰੀਕਾ ਦੇ ਟੈਕਸਾਸ ਵਿੱਚ ਸਕੂਲ 'ਚ ਹੋਈ ਗੋਲੀਬਾਰੀ ਤੋਂ ਬਾਅਦ ਗਨ ਲੌਬੀ ਨੂੰ ਲੈ ਕੇ ਬਹਿਸ ਛਿੜ ਗਈ ਹੈ। ਜੜ੍ਹਾਂ ਜਮਾ ਚੁੱਕੀ ਇਸ ਗਨ ਲੌਬੀ ਨੂੰ ਖਤਮ ਕਰਨ ਦੀ ਮੰਗ ਉੱਠ ਰਹੀ ਹੈ। ਇਸ ਤੋਂ ਇਲਾਵਾ ਗਨ ਐਕਟ ਨੂੰ ਲੈ ਕੇ ਵੀ ਬਦਲਵਾਂ ਹੀ ਮੰਗ ਕੀਤੀ ਜਾ ਰਹੀ ਹੈ। ਅਜਿਹੇ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੇ ਇਸ ਗਨ ਲੌਬੀ ਦਾ ਸਮਰਥਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕਾਨੂੰਨ ਦੀ ਪਾਲਣਾ ਕਰਨ ਵਾਲੇ ਅਮਰੀਕੀਆਂ ਨੂੰ ਅਪਰਾਧੀਆਂ ਤੋਂ ਖੁਦ ਨੂੰ ਬਚਾਉਣ ਲਈ ਬੰਦੂਕ ਰੱਖਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਨੇ ਸਖਤ ਬੰਦੂਕ ਕੰਟਰੋਲ ਦੀ ਮੰਗ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਟਰੰਪ ਨੇ ਕਿਹਾ ਕਿ ਜੋ ਲੋਕ ਕਾਨੂੰਨ ਦੀ ਪਾਲਣਾ ਕਰਦੇ ਨੇ ਉਹਨਾਂ ਕੋਲੋਂ ਹਥਿਆਰ ਖੋਹਣ ਦਾ ਕੋਈ ਕਾਰਨ ਨਹੀਂ ਹੈ। ਉਹਨਾਂ ਖੁਦ ਨੂੰ ਅਪਰਾਧੀਆਂ ਤੋਂ ਬਚਾਉਣ ਦੇ ਲਈ ਹਥਿਆਰ ਰੱਖਣ ਦੀ ਆਗਿਆ ਦੇਣੀ ਚਾਹੀਦੀ ਹੈ ਦੀ ਗੱਲ ਕਹੀ। ਉਹਨਾਂ ਨੇ ਕਿਹਾ ਕਿ ਬੰਦੂਕ ਕੰਟਰੋਲ ਨੀਤੀਆਂ ਨੂੰ ਵਾਮਪੰਥੀਆਂ ਵੱਲੋਂ ਹਵਾ ਦਿੱਤੀ ਜਾ ਰਹੀ ਹੈ। ਉਹਨਾਂ ਲੋਕਾਂ ਨੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕੁਝ ਨਹੀਂ ਕੀਤਾ। ਟਰੰਪ ਨੇ ਕਿਹਾ ਕਿ ਸਾਡੇ ਲਈ ਇਸ ਸਮੇਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਥੱਲੇ ਤੋਂ ਲੈ ਕੇ ਉੱਪਰ ਤੱਕ ਸੁਰੱਖਿਆ ਵਿੱਚ ਸੁਧਾਰ ਕਰੀਏ। ਸਕੂਲਾਂ ਵਿੱਚ ਸਖਤ ਸੁਰੱਖਿਆ ਦੀ ਜ਼ਰੂਰਤ ਹੈ। ਦੱਸਦੇ ਚੱਲੀਏ ਕਿ ਸਕੂਲ ਵਿੱਚ ਹੋਈ ਗੋਲੀਬਾਰੀ ਅਤੇ 21 ਲੋਕਾਂ ਦੀ ਮੌਤ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਗਨ ਐਕਟ ਖਿਲਾਫ ਬਦਲਾਅ ਦੇ ਸੰਕੇਤ ਦਿੱਤੇ ਸੀ। ਉਹਨਾਂ ਨੇ ਕਿਹਾ ਸੀ ਕਿ ਗਨ ਲੌਬੀ ਦੇ ਖਿਲਾਫ ਮਜ਼ਬੂਤੀ ਨਾਲ ਖੜਾ ਹੋਣਾ ਪਏਗਾ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੀ ਇਹ ਮੰਨਦੇ ਨੇ ਕਿ ਅਮਰੀਕੀ ਗਨ ਕਲਚਰ ਲੌਬੀ ਨਾਲ ਪੰਗੂ ਹੋ ਗਿਆ ਹੈ। ਇੱਕ ਪਾਸੇ ਸਿਆਸੀ ਪਾਰਟੀਆਂ ਨੇ ਇਸ ਤੇ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਦੀ ਇੱਛਾ ਨਹੀਂ ਜਤਾਈ ਜਿਸ ਨਾਲ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਅਮਰੀਕਾ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਵੱਡਾ ਕਾਰਨ ਇੱਥੇ ਦਾ ਗਨ ਐਕਟ ਹੈ। ਅਮਰੀਕਾ ਵਿੱਚ ਗਨ ਕਲਚਰ ਦਾ ਸੰਬੰਧ ਉੱਥੇ ਦੇ ਸੰਵਿਧਾਨ ਨਾਲ ਜੁੜਿਆ ਹੈ। ਅਮਰੀਕਾ ਵਿੱਚ ਬੰਦੂਕ ਰੱਖਣ ਦਾ ਕਾਨੂੰਨੀ ਆਧਾਰ ਸੰਵਿਧਾਨ ਦੇ ਦੂਜੇ ਸੋਧ ਵਿੱਚ ਨਿਹਿਤ ਹੈ। ਦਾ ਗਨ ਕੰਟਰੋਲ ਐਕਟ 1998 ਮੁਤਾਬਕ ਰਾਈਫਲ ਜਾਂ ਕੋਈ ਵੀ ਛੋਟਾ ਹਥਿਆਰ ਰੱਖਣ ਦੇ ਲਈ ਉਮਰ ਘੱਟ ਤੋਂ ਘੱਟ 18 ਸਾਲ ਹੋਣੀ ਚਾਹੀਦੀ ਹੈ। ਹੈਂਡਗਨ ਖਰੀਦਣ ਦੇ ਲਈ 21 ਸਾਲ ਦੀ ਉਮਰ ਹੋਣੀ ਚਾਹੀਦੀ ਹੈ। ਰਿਪੋਰਟ ਮੁਤਾਬਕ 33 ਕਰੋੜ ਦੀ ਆਬਾਦੀ ਵਾਲੇ ਅਮਰੀਕਾ ਵਿੱਚ ਆਮ ਨਾਗਰਿਕਾਂ ਦੇ ਕੋਲ 39 ਕਰੋੜ ਹਥਿਆਰ ਨੇ। ਟੈਕਸਾਸ ਦੇ ਸ਼ਹਿਰ ਓਵਾਲਡ ਦੇ ਇੱਕ ਪ੍ਰਾਇਮਰੀ ਸਕੂਲ ਵਿੱਚ ਗੋਲੀਬਾਰੀ ਕਰਕੇ 19 ਬੱਚਿਆਂ ਤੇ 2 ਅਧਿਆਪਕਾਂ ਦੀ ਹੱਤਿਆ ਕਰਨ ਵਾਲੇ 18 ਸਾਲਾ ਨੌਜਵਾਨ ਨੇ ਪਿਛਲੇ ਹਫ਼ਤੇ ਆਪਣੇ 18ਵੇਂ ਜਨਮ ਦਿਨ ਤੇ 2 ਅਸੌਲਟ ਰਾਈਫਲਾਂ ਖਰੀਦੀਆਂ ਸਨ। ਸਲਵਾਡੋਰ ਰਾਮੋਸ ਨਾਮੇ ਇਸ ਨੌਜਵਾਨ ਨੇ ਰੌਬ ਐਲੀਮੈਂਟਰੀ ਸਕੂਲ ਵਿੱਚ ਦਾਖਲ ਹੋ ਕੇ ਅੰਨ੍ਹੇਵਾਹ ਕੀਤੀ ਗੋਲੀਬਾਰੀ ਵਿੱਚ ਨਿਰਦੋਸ਼ ਬੱਚਿਆਂ ਤੇ ਅਧਿਆਪਕਾਂ ਦੀ ਜਾਨ ਲੈ ਲਈ ਸੀ। ਬਾਅਦ ਵਿੱਚ ਉਹ ਮੌਕੇ ਉੱਪਰ ਪੁੱਜੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ। ਜਾਂਚ ਉਪਰੰਤ ਪਤਾ ਲੱਗਾ ਹੈ ਕਿ ਅਮਰੀਕਾ ਵਿੱਚ ਹੋਈਆਂ ਹੋਰ ਕਈ ਸਮੂਹਿਕ ਹੱਤਿਆਵਾਂ ਦੀਆਂ ਘਟਨਾਵਾਂ ਜਿਨ੍ਹਾਂ ਵਿੱਚ ਅਪਰਾਧਕ ਪਿਛੋਕੜ ਵਾਲੇ ਦੋਸ਼ੀ ਸ਼ਾਮਲ ਸਨ ਵਾਂਗ ਇਸ ਨੌਜਵਾਨ ਦਾ ਕੋਈ ਅਪਰਾਧੀ ਪਿਛੋਕੜ ਨਹੀਂ ਹੈ। ਟੈਕਸਾਸ ਦੇ ਗਵਰਨਰ ਗ੍ਰੈਗ ਐਬੋਟ ਨੇ ਕਿਹਾ ਕਿ ਯੂਵਾਲਡੀ ਵਿੱਚ ਐਲੀਮੈਂਟਰੀ ਸਕੂਲ ਵਿੱਚ ਹੋਈ ਗੋਲੀਬਾਰੀ ਤੇ ਪੁਲਿਸ ਦੀ ਜਵਾਬੀ ਕਾਰਵਾਈ ਦੇ ਬਾਰੇ 'ਚ ਉਹਨਾਂ ਨੂੰ ਗੁੰਮਰਾਹ ਕੀਤਾ ਗਿਆ ਅਤੇ ਉਹ ਇਸ ਗੱਲ ਨਾਲ ਨਾਰਾਜ਼ ਨੇ। ਗਵਰਨਰ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਉਹਨਾਂ ਨੇ ਆਪਣੇ ਪਿਛਲੇ ਬਿਆਨ ਵਿੱਚ ਉਹ ਗੱਲਾਂ ਕਹੀਆਂ ਜੋ ਉਹਨਾਂ ਨੂੰ ਦੱਸੀਆਂ ਗਈਆਂ ਸਨ। ਉਹਨਾਂ ਨੇ ਕਿਹਾ ਕਿ ਮੈਨੂੰ ਜੋ ਜਾਣਕਾਰੀ ਦਿੱਤੀ ਗਈ ਹੈ ਉਹ ਕਿਤੇ ਸਹੀ ਨਹੀਂ ਨਿਕਲੀ। ਐਬੋਟ ਨੇ ਕਿਹਾ ਕਿ ਅਸਲ 'ਚ ਕੀ ਹੋਇਆ ਇਸ ਦੀ ਵਿਆਪਕ ਅਤੇ ਡੂੰਘੀ ਜਾਂਚ ਹੋਣੀ ਚਾਹੀਦੀ ਹੈ। ਅਮਰੀਕਾ ਦੇ ਸ਼ਿਕਾਗੋ ਦੇ ਇੱਕ ਪੱਛਮੀ ਇਲਾਕੇ ਵਿੱਚ ਸ਼ੁੱਕਰਵਾਰ ਨੂੰ 3 ਵਿਅਕਤੀਆਂ ਤੇ ਗੋਲੀਬਾਰੀ ਕੀਤੀ ਗਈ ਜਿਸ ਵਿੱਚ ਉਹ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸ਼ਿਕਾਗੋ ਸਨ ਟਾਈਮਜ਼ ਮੁਤਾਬਕ ਸ਼ਿਕਾਗੋ ਪੁਲਿਸ ਵਿਭਾਗ ਨੇ ਦੱਸਿਆ ਕਿ ਦੱਖਣੀ ਆਸਟਨ ਵਿੱਚ ਰਾਤ ਕਰੀਬ 10:15 ਤੇ ਇੱਕ ਵਿਅਕਤੀ ਆਪਣੀ ਕਾਰ ਨੂੰ ਰੋਕ ਕੇ ਉਸ ਵਿੱਚ ਬੈਠਾ ਸੀ ਅਤੇ ਇੱਕ ਮਹਿਲਾ ਉਸ ਦੀ ਡਰਾਈਵਰ ਸੀਟ ਦੀ ਖਿੜਕੀ ਵੱਲ ਖੜੀ ਸੀ ਅਤੇ ਦੋਵਾਂ ਤੇ ਗੋਲੀਆਂ ਦਾਗੀਆਂ ਗਈਆਂ। ਪੁਲਿਸ ਨੇ ਦੱਸਿਆ ਕਿ 34 ਸਾਲਾ ਇਸ ਵਿਅਕਤੀ ਦੇ ਗਲੇ ਤੇ 2 ਗੋਲੀਆਂ ਲੱਗੀਆਂ ਨੇ ਜਦਕਿ 31 ਸਾਲਾ ਮਹਿਲਾ ਦੀ ਕੂਹਣੀ ਤੇ ਗੋਲੀ ਲੱਗੀ। ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਦਕਿ ਮਹਿਲਾ ਦੀ ਹਾਲਤ ਠੀਕ ਹੈ। ਪੁਲਿਸ ਮੁਤਾਬਕ ਗੋਲੀਬਾਰੀ ਦੌਰਾਨ ਉੱਥੋਂ ਆਪਣੇ ਵਾਹਨ ਤੋਂ ਲੰਘ ਰਿਹਾ 32 ਸਾਲਾ ਇੱਕ ਹੋਰ ਵਿਅਕਤੀ ਇਸ ਵਿੱਚ ਫਸ ਗਿਆ। ਉਸ ਨੂੰ ਵੀ ਹਸਪਤਾਲ ਲਿਜਾਇਆ ਗਿਆ ਤੇ ਉਸ ਦੀ ਹਾਲਤ ਵੀ ਠੀਕ ਹੈ। ਗੋਲੀਬਾਰੀ ਦੇ ਬਾਰੇ ਵਿੱਚ ਫਿਲਹਾਲ ਹੋਰ ਬਿਊਰਾ ਉਪਲਬਧ ਨਹੀਂ ਹੈ ਅਤੇ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ। ਕੈਲੀਫੋਰਨੀਆ ਦੀ ਇੱਕ ਔਰਤ ਨੂੰ ਹਵਾਈ ਯਾਤਰਾ ਦੌਰਾਨ ਸਾਊਥਵੈਸਟ 에ਅਰਲਾਈਨਸ ਦੀ ਫਲਾਈਟ ਅਟੈਂਡੈਂਟ ਦੇ ਮੂੰਹ ਉੱਤੇ ਮੁੱਕਾ ਮਾਰਨ ਦੇ ਦੋਸ਼ ਵਿੱਚ 15 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਔਰਤ ਵਿਆਨਾ ਕੁਇਨੋਜ਼ ਨੂੰ ਮੰਗਲਵਾਰ ਨੂੰ ਸੈਨ ਡਿਏਗੋ ਵਿੱਚ ਸੰਘੀ ਜੱਜ ਵੱਲੋਂ 23 ਮਈ 2021 ਨੂੰ ਸੈਕਰਾਮੈਂਟੋ ਤੇ ਸੈਨ ਡਿਏਗੋ ਵਿਚਕਾਰ ਇੱਕ ਉਡਾਣ ਦੌਰਾਨ ਅਟੈਂਡੈਂਟ ਦੇ ਹਮਲੇ ਲਈ ਲਗਭਗ 26,000 ਅਮਰੀਕੀ ਡਾਲਰ ਮੁਆਵਜ਼ਾ ਤੇ 7,500 ਅਮਰੀਕੀ ਡਾਲਰ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਗਿਆ। 29 ਸਾਲਾ ਔਰਤ ਤੇ 3 ਸਾਲੇ ਉਡਾਣ ਭਰਨ ਤੇ ਪਾਬੰਦੀ ਲਗਾਈ ਗਈ ਹੈ। ਕੁਇਨੋਜ਼ ਨੂੰ ਜਹਾਜ਼ ਕਰਮੀਆਂ ਤੇ ਸਹਾਇਕਾਂ ਨਾਲ ਝਗੜੇ ਲਈ ਦੋਸ਼ੀ ਠਹਿਰਾਇਆ ਗਿਆ। ਔਰਤ ਨੇ ਮੰਨਿਆ ਕਿ ਉਸਨੇ ਫਲਾਈਟ ਅਟੈਂਡੈਂਟ ਦੇ ਮੂੰਹ ਅਤੇ ਸਿਰ ਤੇ ਮੁੱਕਾ ਮਾਰਿਆ ਸੀ ਅਤੇ ਉਸਦੇ ਵਾਲ ਫੜ ਲਏ ਸਨ।
ਅਮਰੀਕਾ ਦੇ ਵਿਦੇਸ਼ ਮੰਤਰੀ ਐਂਥਨੀ ਬਲਿੰਕਨ ਨੇ ਕਿਹਾ ਕਿ ਯੂਕਰੇਨ ਤੇ ਰੂਸ ਦੇ ਹਮਲੇ ਦੇ ਵਿਰੋਧ ਵਿੱਚ ਅਮਰੀਕਾ ਨੇ ਪੂਰੀ ਦੁਨੀਆ ਨੂੰ ਇਕਜੁੱਟ ਕਰ ਦਿੱਤਾ ਹੈ, ਪਰ ਚੀਨ ਕੌਮਾਂਤਰੀ ਵਿਵਸਥਾ ਲਈ ਲੰਬਾ ਸਮਾਂ ਆਪਣੇ ਸਭ ਤੋਂ ਗੰਭੀਰ ਖਤਰਾ ਬਣਾਇਆ ਹੋਇਆ ਹੈ। ਚੀਨ ਤੇ ਅਮਰੀਕਾ ਦੀ ਵਿਦੇਸ਼ ਨੀਤੀ ਦੇ ਮੁੱਦੇ ਤੇ ਦਿੱਤੇ ਗਏ ਭਾਸ਼ਣ ਵਿੱਚ ਬਲਿੰਕਨ ਨੇ ਕਿਹਾ ਕਿ ਚੀਨ ਇਕੱਲਾ ਅਜਿਹਾ ਦੇਸ਼ ਹੈ ਜਿਸ ਦਾ ਇਰਾਦਾ ਕੌਮਾਂਤਰੀ ਵਿਵਸਥਾ ਨੂੰ ਬਦਲਣਾ ਹੈ ਅਤੇ ਇਸ ਦੇ ਉਹ ਆਰਥਿਕ, ਕੂਟਨੀਤਿਕ ਅਤੇ ਫੌਜ ਅਤੇ ਤਕਨੀਕੀ ਸ਼ਕਤੀ ਨੂੰ ਵਧਾਉਣਾ ਚਾਹੁੰਦਾ ਹੈ। ਉਹਨਾਂ ਨੇ ਕਿਹਾ ਕਿ ਬੀਜਿੰਗ ਦੇ ਦ੍ਰਿਸ਼ਟੀਕੋਣ ਸਾਨੂੰ ਉਹਨਾਂ ਯੂਨੀਵਰਸਲ ਮੁੱਲਾਂ ਤੋਂ ਦੂਰ ਲੈ ਜਾਏਗਾ ਜਿਨ੍ਹਾਂ ਦੇ ਬਲ ਤੇ ਦੁਨੀਆ ਦੇ ਪਿਛਲੇ 75 ਸਾਲ ਤੋਂ ਤਰੱਕੀ ਕੀਤੀ ਹੈ। ਬਲਿੰਕਨ ਨੇ ਕਿਹਾ, ਰਾਸ਼ਟਰੀ ਪੁਤਨ ਦਾ ਯੁੱਧ ਜਾਰੀ ਹੈ, ਫਿਰ ਵੀ ਸਾਡਾ ਧਿਆਨ ਕੌਮਾਂਤਰੀ ਵਿਵਸਥਾ ਲਈ ਲੰਬਾ ਸਮਾਂ ਅਤੇ ਸਭ ਤੋਂ ਗੰਭੀਰ ਖਤਰੇ ਤੇ ਕੇਂਦਰਿਤ ਹੈ ਜੋ ਕਿ ਚੀਨ ਵੱਲੋਂ ਉਤਪੰਨ ਹੈ। ਜਰਾ ਸੋਚੋ, ਤੁਸੀਂ ਫਲਾਈਟ ਵਿੱਚ ਸਫ਼ਰ ਕਰ ਰਹੇ ਹੋ ਅਤੇ ਹਜ਼ਾਰਾਂ ਫੁੱਟ ਦੀ ਉਚਾਈ ਤੇ ਪਤਾ ਲੱਗਾ ਕਿ ਖਿੜਕੀ ਦੇ ਸ਼ੀਸ਼ੇ ਵਿੱਚ ਦਰਾੜ ਆ ਗਈ ਤਾਂ ਕੀ ਹੋਏਗਾ। ਬੰਬਈ ਤੋਂ ਗੋਰਖਪੁਰ ਜਾ ਰਹੀ ਸਪਾਈਸ ਜੈਟ ਦੀ ਬੋਇੰਗ 737 ਫਲਾਈਟ ਵਿੱਚ ਵੀ ਅਜਿਹਾ ਹੋਇਆ। ਜਲਦਬਾਜ਼ੀ ਵਿੱਚ ਜਹਾਜ਼ ਨੂੰ ਬੰਬਈ 에ਅਰਪੋਰਟ ਤੇ ਉਤਾਰਿਆ ਗਿਆ ਤੇ ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਵੱਡਾ ਹਾਦਸਾ ਹੋਣੋਂ ਟਲ ਗਿਆ। 에ਅਰਲਾਈਨ ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ 28 ਮਈ ਨੂੰ ਸਪਾਈਸ ਜੈਟ ਦੇ ਬੋਇੰਗ 737 ਜਹਾਜ਼ ਨੇ ਬੰਬਈ ਤੋਂ ਗੋਰਖਪੁਰ ਜਾਣਾ ਸੀ। ਉਡਾਣ ਦੌਰਾਨ ਜਹਾਜ਼ ਦੀ ਖਿੜਕੀ ਵਿੱਚ ਦਰਾਰ ਪਾਈ ਗਈ। ਬੁਲਾਰੇ ਨੇ ਦੱਸਿਆ ਕਿ ਪਾਇਲਟ ਨੇ ਜਹਾਜ਼ ਨੂੰ ਵਾਪਸ ਬੰਬਈ ਲਿਜਾਣ ਦਾ ਫੈਸਲਾ ਕੀਤਾ। 에ਅਰ ਟ੍ਰੈਫਿਕ ਕੰਟਰੋਲਰ ਨੂੰ ਇਸ ਦੀ ਸੂਚਨਾ ਦਿੱਤੀ ਗਈ ਅਤੇ ਜਹਾਜ਼ ਬੰਬਈ ਹਵਾਈ ਅੱਡੇ ਤੇ ਸੁਰੱਖਿਅਤ ਉਤਰ ਗਿਆ। ਸਪਾਈਸ ਜੈਟ ਦੇ ਬੁਲਾਰੇ ਨੇ ਦੱਸਿਆ ਕਿ ਸਪਾਈਸ ਜੈਟ ਬੋਇੰਗ 737 에ਅਰਕ੍ਰਾਫਟ SG 385 ਸੰਚਾਲਿਤ ਹੋਣ ਲਈ ਨਿਰਧਾਰਿਤ ਸੀ। ਕਰੂਜ਼ ਦੌਰਾਨ ਵਿੰਡਸ਼ੀਲਡ ਦਾ ਬਾਹਰੀ ਚਿਹਰਾ ਟੁੱਟਿਆ ਹੋਇਆ ਦੇਖਿਆ ਗਿਆ। PIC ਨੇ ਬੰਬਈ ਵਾਪਸ ਜਾਣ ਦਾ ਫੈਸਲਾ ਕੀਤਾ। ATC ਨੂੰ ਸੂਚਿਤ ਕੀਤਾ ਗਿਆ ਤੇ ਜਹਾਜ਼ ਬੰਬਈ ਹਵਾਈ ਅੱਡੇ ਤੇ ਸੁਰੱਖਿਅਤ ਉਤਰ ਗਿਆ। ontario ਦੇ ਵਿਟਵੀ ਸ਼ਹਿਰ ਨੇੜੇ ਇੱਕ ਪਿਕਅਪ ਟਰੱਕ ਹਾਦਸਾਗ੍ਰਸਤ ਹੋਣ ਕਾਰਨ ਡਰਾਈਵਰ ਦੀ ਮੌਤ ਹੋ ਗਈ। ontario ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਸੰਭਾਵਤ ਤੌਰ ਤੇ ਸ਼ਰਾਬ ਦੇ ਨਸ਼ੇ ਵਿੱਚ ਗੱਡੀ ਚਲਾਉਣ ਵਾਲੇ ਅਤੇ ਸੀਟ ਬੈਲਟ ਨਾ ਲੱਗੀ ਹੋਣ ਕਾਰਨ ਡਰਾਈਵਰ ਦੀ ਜਾਨ ਗਈ। ਕਤਲ ਮਾਮਲੇ ਵਿੱਚ ਸਜ਼ਾ ਕੱਟ ਰਹੇ ਕਿਸੇ ਅਪਰਾਧੀ ਨੂੰ ਪੈਰੋਲ ਦੇਣ ਬਾਰੇ ਕੈਨੇਡੀਅਨ ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ, ਜਿੱਥੇ ਕਈ ਕੈਦੀਆਂ ਵਾਸਤੇ ਰਾਹਤ ਭਰੀ ਖਬਰ ਹੈ, ਉੱਥੇ ਹੀ ਸਮੂਹਿਕ ਕਤਲੇਆਮ ਦਾ ਪੀੜਤ ਮੁਸਲਮਾਨ ਭਾਈਚਾਰਾ ਬੇਹੱਦ ਨਾਖੁਸ਼ ਹੈ। ਸਰਵਉੱਚ ਅਦਾਲਤ ਨੇ ਕਿਊਬੈਕ ਦੀ ਮਸਜਿਦ ਵਿੱਚ ਗੋਲੀਬਾਰੀ ਕਰਕੇ 6 ਜਾਣਿਆਂ ਦੀ ਹੱਤਿਆ ਕਰਨ ਵਾਲੇ ਅਲੈਗਜ਼ੈਂਡਰ ਬਿਸਨੌਟ ਨੂੰ 25 ਸਾਲ ਬਾਅਦ ਪੈਰੋਲ ਦਾ ਹੱਕਦਾਰ ਬਣਾ ਦਿੱਤਾ ਹੈ, ਜਦਕਿ ਸਰਕਾਰੀ ਵਕੀਲਾਂ ਵੱਲੋਂ 50 ਸਾਲ ਤੱਕ ਪੈਰੋਲ ਨਾ ਦੇਣ ਦੀ ਮੰਗ ਕੀਤੀ ਗਈ ਸੀ। ਹਵਾਬਾਜ਼ੀ ਪ੍ਰਬੰਧਕ DGCA ਨੇ ਕਿਹਾ ਹੈ ਕਿ ਉਸਨੇ 7 ਮਈ ਨੂੰ ਰਾਂਚੀ ਹਵਾਈ ਅੱਡੇ ਤੇ ਇੱਕ ਅਪਾਹਜ ਬੱਚੇ ਨੂੰ ਜਹਾਜ਼ ਵਿੱਚ ਬੈਠਣ ਤੋਂ ਰੋਕਣ ਦੇ ਮਾਮਲੇ ਵਿੱਚ ਸੰਬੰਧੀ ਹਵਾਈ ਕੰਪਨੀ ਇੰਡੀਗੋ ਨੂੰ 5 ਲੱਖ ਦਾ ਜੁਰਮਾਨਾ ਕੀਤਾ ਹੈ। ਇੰਡੀਗੋ ਨੇ 9 ਮਈ ਨੂੰ ਕਿਹਾ ਸੀ ਕਿ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਇੱਕ ਅਪਾਹਜ ਬੱਚੇ ਨੂੰ 7 ਮਈ ਨੂੰ ਰਾਂਚੀ ਹੈਦਰਾਬਾਦ ਹਵਾਈ ਉਡਾਣ ਵਿੱਚ ਸਵਾਰ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ, ਕਿਉਂਕਿ ਉਹ ਘਬਰਾਇਆ ਹੋਇਆ ਨਜ਼ਰ ਆ ਰਿਹਾ ਸੀ। ਬੱਚੇ ਨੂੰ ਹਵਾਈ ਜਹਾਜ਼ ਵਿੱਚ ਬੈਠਣ ਤੋਂ ਰੋਕਣ ਤੇ ਉਸਦੇ ਮਾਪਿਆਂ ਨੇ ਵੀ ਜਹਾਜ਼ ਵਿੱਚ ਸਵਾਰ ਨਾ ਹੋਣ ਦਾ ਫੈਸਲਾ ਕੀਤਾ ਸੀ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੇ ਘਟਨਾ ਦੀ ਜਾਂਚ ਲਈ 3 ਮੈਂਬਰੀ ਟੀਮ ਦਾ ਗਠਨ ਕੀਤਾ। DGCA ਨੇ ਇੱਕ ਬਿਆਨ ਵਿੱਚ ਕਿਹਾ, ਇੰਡੀਗੋ ਦੇ ਕਰਮਚਾਰੀਆਂ ਵੱਲੋਂ ਅਪਾਹਜ ਬੱਚੇ ਨਾਲ ਕੀਤਾ ਗਿਆ ਸਲੂਕ ਗਲਤ ਸੀ ਅਤੇ ਇਸ ਨਾਲ ਸਥਿਤੀ ਵਿਗੜ ਗਈ। ਉਹਨਾਂ ਨੇ ਕਿਹਾ ਕਿ ਬੱਚੇ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਸੀ ਅਤੇ ਘਬਰਾਹਟ ਦੂਰ ਕਰਕੇ ਉਸ ਨੂੰ ਸ਼ਾਂਤ ਕੀਤਾ ਜਾਣਾ ਚਾਹੀਦਾ ਸੀ। ਬਿਆਨ ਅਨੁਸਾਰ ਵਿਸ਼ੇਸ਼ ਸਥਿਤੀਆਂ ਦੌਰਾਨ ਅਸਾਧਾਰਨ ਪ੍ਰਤੀਕਿਰਿਆ ਦੀ ਲੋੜ ਹੁੰਦੀ ਹੈ, ਪਰ 에ਅਰਲਾਈਨ ਦੇ ਕਰਮਚਾਰੀ ਇਸ ਵਿੱਚ ਅਸਫਲ ਰਹੇ। ਇਸ ਦੇ ਮੱਦੇਨਜ਼ਰ DCA ਨੇ 에ਅਰਕ੍ਰਾਫਟ ਨਿਯਮਾਂ ਤਹਿਤ 에ਅਰਲਾਈਨਾਂ ਨੂੰ 5 ਲੱਖ ਰੁਪਏ ਦਾ ਜੁਰਮਾਨਾ ਲਗਾਉਣ ਦਾ ਫੈਸਲਾ ਕੀਤਾ ਹੈ। ਭਾਰਤ ਵਿੱਚ ਆਪਣੀਆਂ ਯੋਜਨਾਵਾਂ ਬਾਰੇ ਐਲਾਨ ਮਸਕ ਨੇ ਕਿਹਾ ਹੈ ਕਿ ਟੈਸਲਾ ਭਾਰਤ ਵਿੱਚ ਉਦੋਂ ਤੱਕ ਕਾਰਾਂ ਨਹੀਂ ਬਣਾਏਗੀ ਜਦੋਂ ਤੱਕ ਇਸ ਨੂੰ ਆਪਣੇ ਇਲੈਕਟ੍ਰਿਕ ਵਾਹਨਾਂ ਨੂੰ ਵੇਚਣ ਅਤੇ ਸਰਵਿਸ ਦੇਣ ਦੀ ਆਗਿਆ ਨਹੀਂ ਦਿੱਤੀ ਜਾਂਦੀ। ਸਟਾਰਲਿੰਕ ਤੇ ਉਹਨਾਂ ਕਿਹਾ ਕਿ SpaceX ਹਾਲੇ ਵੀ ਭਾਰਤ ਸਰਕਾਰ ਦੀ ਮਨਜ਼ੂਰੀ ਦੀ ਉਡੀਕ ਕਰ ਰਿਹਾ ਹੈ। ਮਸਕ ਨੇ ਸ਼ੁੱਕਰਵਾਰ ਦੇਰ ਰਾਤ ਟਵੀਟ ਕੀਤਾ, ਟੈਸਲਾ ਅਜਿਹੇ ਕਿਸੇ ਵੀ ਸਥਾਨ ਤੇ ਨਿਰਮਾਣ ਪਲਾਂਟ ਨਹੀਂ ਲਗਾਏਗੀ ਜਿੱਥੇ ਸਾਨੂੰ ਕਾਰਾਂ ਵੇਚਣ ਅਤੇ ਸੇਵਾਵਾਂ ਦੇਣ ਦੀ ਆਗਿਆ ਨਹੀਂ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਵੱਲੋਂ ਮਨਜ਼ੂਰ 5 ਮੈਂਬਰੀ ਵਫਦ ਸੋਮਵਾਰ ਨੂੰ ਨਵੀਂ ਦਿੱਲੀ ਦਾ ਦੌਰਾ ਕਰੇਗਾ। ਇਸ ਦੌਰਾਨ ਦੋਵੇਂ ਧਿਰਾਂ ਵੱਲੋਂ ਸਿੰਧੂ ਜਲ ਸੰਧੀ ਦੇ ਹਿੱਸੇ ਵਜੋਂ ਮੁੱਖ ਪ੍ਰੋਜੈਕਟਾਂ ਤੇ ਚਰਚਾ ਕਰਨ ਦੀ ਸੰਭਾਵਨਾ ਹੈ। ਸਮਾਚਾਰ ਏਜੰਸੀ ANI ਦੇ ਅਨੁਸਾਰ ਬੈਠਕ ਦੌਰਾਨ ਦੋਵੇਂ ਧਿਰਾਂ ਐਡਵਾਂਸ ਫਲੱਡ ਸੂਚਨਾ ਤੇ ਸਿੰਧ ਜਲ ਪਾਣੀ ਦੇ ਸਥਾਈ ਕਮਿਸ਼ਨ ਦੀ ਸਾਲਾਨਾ ਰਿਪੋਰਟ ਦੇ ਮੁੱਦੇ ਤੇ ਚਰਚਾ ਕਰਨਗੇ। ਦੋਵੇਂ ਧਿਰਾਂ ਵੱਲੋਂ ਸਿੰਧੂ ਜਲ ਸੰਧੀ ਦੇ ਆਰਟੀਕਲ 9 ਦੇ ਤਹਿਤ ਭਾਰਤ ਵੱਲੋਂ ਪੱਛਮ ਵੱਲ ਵਹਿਣ ਵਾਲੀਆਂ ਨਦੀਆਂ ਤੇ ਬਣਾਏ ਜਾ ਰਹੇ 1000 ਮੈਗਾਵਾਟ ਪਾਕਲ ਦੁਲ, 48 ਮੈਗਾਵਾਟ ਲੋਅਰ ਕਾਲਨਾਈ ਅਤੇ 624 ਮੈਗਾਵਾਟ ਕੀਰੂਪਣ ਬਿਜਲੀ ਪ੍ਰੋਜੈਕਟਾਂ ਤੇ ਵੀ ਚਰਚਾ ਕਰਨ ਦੀ ਉਮੀਦ ਹੈ। ਪਾਕਿਸਤਾਨ ਦੇ ਸਿੰਧ ਜਲ ਕਮਿਸ਼ਨਰ ਸਾਇਦ ਮੇਹਰ ਅਲੀ ਸ਼ਾਹ ਨੇ ਕਿਹਾ, PCIW
ਪੱਧਰ ਤੇ ਇਹ 118ਵੀਂ ਦੁਵੱਲੀ ਮੀਟਿੰਗ ਹੋਏਗੀ। ਇਸ ਤੋਂ ਪਹਿਲਾਂ ਦੋਵੇਂ ਦੇਸ਼ਾਂ ਨੇ 2-4 ਮਾਰਚ 2022 ਨੂੰ ਇਸਲਾਮਾਬਾਦ ਵਿੱਚ 3 ਦਿਨਾਂ ਗੱਲਬਾਤ ਕੀਤੀ ਸੀ। ਉਹਨਾਂ ਨੇ ਅੱਗੇ ਕਿਹਾ ਕਿ ਪਾਕਿਸਤਾਨੀ ਵਫਦ ਜ਼ੇਲਮ ਅਤੇ ਚਨਾਬ ਦਰਿਆਵਾਂ ਵਰਗੇ ਪਾਕਿਸਤਾਨੀ ਨਦੀਆਂ ਤੇ ਬਣਾਏ ਜਾ ਰਹੇ ਕਿਸੇ ਵੀ ਪਣ ਬਿਜਲੀ ਪ੍ਰੋਜੈਕਟ ਦਾ ਦੌਰਾ ਨਹੀਂ ਕਰੇਗਾ। ਹਾਲਾਂਕਿ ਦੋਵੇਂ ਤਰ੍ਹਾਂ ਕੁਝ ਪ੍ਰੋਜੈਕਟਾਂ ਤੇ ਹੋਰ ਗੱਲਬਾਤ ਵੀ ਕਰਨਗੇ ਜੋ ਕਿ ਪਾਕਿਸਤਾਨ ਦੀ ਨਜ਼ਰ ਵਿੱਚ 1960 ਦੀ ਸਿੰਧੂ ਜਲ ਸੰਧੀ ਦੇ ਉਪਲਬਧਾਂ ਦੇ ਅਨੁਸਾਰ ਨਹੀਂ ਹਨ। ਵਫਦ ਵਾਘਾ ਸਰਹੱਦ ਰਾਹੀਂ ਭਾਰਤ ਆਏਗਾ। ਦੋਵੇਂ ਦੇਸ਼ 30 ਮਈ ਅਤੇ 31 ਮਈ ਨੂੰ ਨਵੀਂ ਦਿੱਲੀ ਵਿੱਚ PCIW ਪੱਧਰ ਦੀ ਗੱਲਬਾਤ ਕਰਨਗੇ। ਪਾਕਿਸਤਾਨੀ ਟੀਮ 1 ਜੂਨ ਨੂੰ ਵਾਪਸੀ ਕਰੇਗੀ। ਦਾ ਨਿਊਜ਼ ਇੰਟਰਨੈਸ਼ਨਲ ਨੇ ਰਿਪੋਰਟ ਦਿੱਤੀ। ਪਾਕਿਸਤਾਨ ਦੇ ਕਮਿਸ਼ਨਰ ਸਾਇਦ ਮਿਹਰ ਅਲੀ ਸ਼ਾਹ ਦੀ ਅਗਵਾਈ 'ਚ 5 ਮੈਂਬਰੀ ਵਫਦ ਨੇ ਪੰਜਾਬ ਸਿੰਚਾਈ ਵਿਭਾਗ ਦੇ ਮੁੱਖ ਇੰਜੀਨੀਅਰ, ਮੌਸਮ ਵਿਗਿਆਨ ਦਫ਼ਤਰ ਦੇ ਡਾਇਰੈਕਟਰ ਜਨਰਲ, ਨੈਸ਼ਨਲ ਇੰਜੀਨੀਅਰਿੰਗ ਸਰਵਿਸਿਜ਼ ਆਫ ਪਾਕਿਸਤਾਨ ਦੇ ਜਨਰਲ ਮੈਨੇਜਰ ਅਤੇ ਮੰਤਰਾਲੇ ਦੇ ਡਾਇਰੈਕਟਰ ਜਨਰਲ ਡਾਕਟਰ ਭਾਰਤ ਡੈਸਕ ਤੇ ਵਿਸ਼ੇਸ਼ ਵਿਦੇਸ਼ ਮਾਮਲੇ ਵਫਦ ਭਲਕੇ ਨਵੀਂ ਦਿੱਲੀ ਲਈ ਰਵਾਨਾ ਹੋਏਗਾ। ATM ਬੂਥ ਵਿੱਚ ਲੋਕਾਂ ਨਾਲ ਡੈਬਿਟ ਕਾਰਡ ਬਦਲ ਕੇ ਠੱਗੀ ਮਾਰਨ ਵਾਲੇ ਗਿਰੋਹ ਦੇ ਬਦਮਾਸ਼ ਹੁਣ ਸਵਾਈਪ ਮਸ਼ੀਨ ਦੀ ਵਰਤੋਂ ਕਰ ਰਹੇ ਨੇ। ਖਾਤੇ 'ਚੋਂ ਲਿਮਿਟ ਤੋਂ ਵੱਧ ਪੈਸੇ ਕੱਢਣ ਲਈ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ। ਦਰਅਸਲ ਡੈਬਿਟ ਕਾਰਡ ਵਿੱਚ ਰੋਜ਼ਾਨਾ ਦੀ ਲਿਸਟ ਕਾਰਨ ATM ਤੋਂ ਜ਼ਿਆਦਾ ਪੈਸੇ ਨਹੀਂ ਕੱਢ ਸਕਦੇ। ਅਜਿਹੇ 'ਚ ਸਵਾਈਪ ਮਸ਼ੀਨਾਂ ਵਿੱਚ ਡੈਬਿਟ ਕਾਰਡ ਦੀ ਵਰਤੋਂ ਕਰਕੇ ਬਦਮਾਸ਼ ਬੈਂਕ ਖਾਤੇ 'ਚੋਂ ਇੱਕ ਹੀ ਦਿਨ ਵਿੱਚ ਸਾਰੇ ਪੈਸੇ ਟ੍ਰਾਂਸਫਰ ਕਰ ਲੈਂਦੇ ਨੇ। ਹਾਲ ਹੀ ਵਿੱਚ ਪੁਲਿਸ ਨੇ ਅਜਿਹੇ ਕਈ ਗਿਰੋਹ ਨੂੰ ਫੜਿਆ ਜਿਨ੍ਹਾਂ ਕੋਲੋਂ ਸਵਾਈਪ ਮਸ਼ੀਨਾਂ ਬਰਾਮਦ ਹੋਈਆਂ ਨੇ। ਬਾਹਰੀ ਦਿੱਲੀ ਪੁਲਿਸ ਨੇ ਅਜਿਹੇ ਗਿਰੋਹ ਦੇ ਮੈਂਬਰ ਰਾਹੁਲ ਅਤੇ ਅਮਿਤ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਕੋਲੋਂ 31 ਡੈਬਿਟ ਕਾਰਡ ਅਤੇ ਸਵਾਈਪ ਮਸ਼ੀਨਾਂ ਬਰਾਮਦ ਹੋਈਆਂ ਸਨ। ਪੁਲਿਸ ਜਾਂਚ ਵਿੱਚ ਪਤਾ ਲੱਗਿਆ ਕਿ ਬਦਮਾਸ਼ ਫੌਜੀ ਕਾਗਜ਼ ਰਾਹੀਂ ਬੈਂਕਾਂ ਦੇ ਐਪ ਤੋਂ ਖਾਤਾ ਖਲਵਾਉਂਦੇ ਨੇ, ਫਿਰ ਉਹਨਾਂ ਬੈਂਕਾਂ 'ਚ ਜਾ ਕੇ ਉਸ ਖਾਤੇ ਦਾ KYC ਕਰਵਾ ਲੈਂਦੇ ਨੇ। ਇਸ ਤੋਂ ਬਾਅਦ ਉਸ ਖਾਤੇ ਨੂੰ ਕਮਰਸ਼ੀਅਲ ਤੌਰ ਤੇ ਵਰਤਣ ਲਈ ਸਵਾਈਪ ਮਸ਼ੀਨ ਦੀ ਅਰਜ਼ੀ ਦਾਖਲ ਕਰਦੇ ਨੇ। ਸਵਾਈਪ ਮਸ਼ੀਨ ਮਿਲਣ ਤੋਂ ਬਾਅਦ ਵਾਰਦਾਤ ਵਿੱਚ ਉਸ ਦੀ ਵਰਤੋਂ ਕਰਨ ਲੱਗਦੇ ਨੇ। ਗਿਰੋਹ ਦੇ ਬਦਮਾਸ਼ ਬਿਨਾਂ ਸੁਰੱਖਿਆ ਗਾਰਡ ਵਾਲੇ ATM ਬੂਥ ਕੋਲ ਵਾਰਦਾਤ ਦੀ ਤਾਕ ਵਿੱਚ ਰਹਿੰਦੇ ਨੇ। ਜਿਵੇਂ ਉਹਨਾਂ ਨੂੰ ATM ਬੂਥ ਦੇ ਅੰਦਰ ਕੋਈ ਬਜ਼ੁਰਗ ਮਹਿਲਾ ਜਾਂ ਅਨਪੜ੍ਹ ਵਿਅਕਤੀ ਦਾਖਲ ਹੁੰਦਾ ਦਿਖਾਈ ਦਿੰਦਾ ਹੈ, ਉਵੇਂ ਹੀ ਉਹਨਾਂ ਦੇ ਪਿੱਛੇ ਬੂਥ ਵਿੱਚ ਦਾਖਲ ਹੋ ਜਾਂਦੇ ਨੇ। ਫਿਰ ATM 'ਚੋਂ ਰੁਪਏ ਕਢਵਾਉਣ ਵਿੱਚ ਮਦਦ ਕਰਨ ਲੱਗਦੇ ਨੇ। ਇਸ ਦੌਰਾਨ ਉਹਨਾਂ ਦਾ ਪਿਨ ਕੋਡ ਦੇਖ ਕੇ ਡੈਬਿਟ ਕਾਰਡ ਬਦਲ ਲੈਂਦੇ ਨੇ। ਉਹਨਾਂ ਡੈਬਿਟ ਕਾਰਡ ਦੀ ਵਰਤੋਂ ATM ਵਿੱਚ ਕਰਨ ਦੀ ਥਾਂ ਸਵਾਈਪ ਮਸ਼ੀਨ ਵਿੱਚ ਕਰਕੇ ਖਾਤੇ 'ਚੋਂ ਸਾਰੇ ਪੈਸੇ ਟ੍ਰਾਂਸਫਰ ਕਰ ਲੈਂਦੇ ਨੇ। ਕਿਸੇ ਦੇ ਸਾਹਮਣੇ ਪਿਨ ਕੋਡ ਨਾ ਲਗਾਓ, ਸੁਰੱਖਿਆ ਗਾਰਡ ਵਾਲੇ ATM 'ਚੋਂ ਪੈਸੇ ਕਢਵਾਓ। ਬੂਥ ਵਿੱਚ ਪੈਸੇ ਕੱਢਣ ਤੋਂ ਪਹਿਲਾਂ ਉੱਥੇ ਮੌਜੂਦ ਕਿਸੇ ਵੀ ਅਣਜਾਣ ਵਿਅਕਤੀ ਨੂੰ ਬਾਹਰ ਕੱਢ ਦਿਓ। ਮਦਦ ਦੌਰਾਨ ਅਣਜਾਣ ਵਿਅਕਤੀ ਨੂੰ ਡੈਬਿਟ ਕਾਰਡ ਅਤੇ ਉਸ ਦੀ ਜਾਣਕਾਰੀ ਨਾ ਦਿਓ। ਜੀਵਨ ਜਿਉਣ ਲਈ ਸਭ ਤੋਂ ਅਹਿਮ ਕੁਦਰਤੀ ਦੇਣ ਪਾਣੀ ਹਰ ਕਿਸਮ ਦੇ ਪ੍ਰਾਣੀਆਂ, ਜੀਵ ਜੰਤੂਆਂ ਤੇ ਬਨਸਪਤੀ ਲਈ ਮੁੱਢਲੀ ਲੋੜ ਹੈ। ਪਾਣੀ ਤੋਂ ਬਿਨਾਂ ਧਰਤੀ ਤੇ ਜੀਵਨ ਬਾਰੇ ਕਲਪਨਾ ਕਰਨੀ ਵੀ ਸੰਭਵ ਨਹੀਂ। ਗੱਲ ਹੋਵੇ ਪੰਜਾਬ ਦੀ ਤਾਂ 5 ਦਰਿਆਵਾਂ ਦੀ ਧਰਤੀ ਪੰਜਾਬ ਨੇ ਅੰਮ੍ਰਿਤ ਵਰਗੇ ਪਾਣੀ ਕਾਰਨ ਹੀ ਹਰੀ ਕ੍ਰਾਂਤੀ ਲਿਆ ਕੇ ਸਾਰੀ ਦੁਨੀਆ ਵਿੱਚ ਕਿਸਾਨੀ ਦੇ ਖੇਤਰ ਵਿੱਚ ਸ਼ਲਾਘਾਯੋਗ ਹੰਬਲਾ ਮਾਰਿਆ। ਸਮਾਂ ਬਦਲਿਆ ਤੇ ਖੇਤੀ ਪ੍ਰਧਾਨ ਸੂਬੇ ਦੇ ਪ੍ਰਮੁੱਖ ਸ਼ਹਿਰ ਲੁਧਿਆਣਾ ਨੇ ਸਨਅਤ ਦੇ ਰਾਹ ਤੇ ਲੰਬੀਆਂ ਪੁਲਾਂਘਾਂ ਭਰਨੀਆਂ ਸ਼ੁਰੂ ਕੀਤੀਆਂ। ਰੁਜ਼ਗਾਰ ਲਈ ਦੇਸ਼ ਭਰ ਤੋਂ ਆਏ ਕਿਰਤੀ ਕਾਮਿਆਂ ਨੂੰ ਮਹਾਨਗਰ ਨੇ ਖੁੱਲੇ ਹੱਥਾਂ ਨਾਲ ਗਲਵਕੜੀ ਵਿੱਚ ਲਿਆਇਆ। ਵੱਡੀਆਂ ਉਦਯੋਗਿਕ ਇਕਾਈਆਂ ਨੇ ਮਹਾਨਗਰ ਨੂੰ ਮੈਨਚੈਸਟਰ ਦਾ ਖਿਤਾਬ ਤਾਂ ਦਵਾ ਦਿੱਤਾ, ਪਰ ਬੁਲੰਦੀ ਦੇ ਇਸ ਸਿਖਰ ਨੂੰ ਸ਼ੁਰੂ ਕਰਨ ਬਦਲੇ ਮੌਜੂਦਾ ਸਮੇਂ ਵਿੱਚ ਮਹਾਨਗਰ ਵਾਸੀਆਂ ਨੂੰ ਹੀ ਨਹੀਂ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਦੇ ਰਹਿਣ ਵਾਲਿਆਂ ਨੂੰ ਵੱਡੀ ਕੀਮਤ ਅਦਾ ਕਰਨੀ ਪੈ ਰਹੀ। ਸਰਕਾਰੀ ਵਿਭਾਗਾਂ ਅਤੇ ਕਾਰੋਬਾਰੀਆਂ ਦੇ ਅਲਵੇਸਲੇਪਣ ਕਾਰਨ ਖੁਸ਼ਹਾਲ ਸੂਬੇ ਦੀ ਉਪਜਾਊ ਮਿੱਟੀ ਬਿਮਾਰ ਹੋ ਚੁੱਕੀ ਹੈ। ਹਵਾ ਦੂਸ਼ਿਤ ਤੇ ਪਾਣੀ ਜ਼ਹਿਰ ਬਣਦਾ ਜਾ ਰਿਹਾ। ਮੁੱਠੀ ਵਿੱਚੋਂ ਰੇਤ ਦੀ ਤਰ੍ਹਾਂ ਸਮਾਂ ਨਿਕਲਦਾ ਜਾ ਰਿਹਾ ਹੈ। ਜੇ ਅਜੇ ਵੀ ਹਾਲਾਤਾਂ ਦੀ ਗੰਭੀਰਤਾ ਨਾ ਸਮਝੀ ਗਈ ਤਾਂ ਹਾਲਾਤ ਵਿਸਫੋਟਕ ਹੋ ਗੁਜ਼ਰਨਗੇ। ਇੱਕ ਅਨੁਮਾਨ ਮੁਤਾਬਕ ਫੈਕਟਰੀਆਂ ਵਿੱਚੋਂ ਨਿਕਲਣ ਵਾਲੇ ਕੈਮੀਕਲ ਯੁਕਤ ਜ਼ਹਿਰੀਲੇ ਪਾਣੀ ਨੂੰ ਸਾਫ਼ ਕਰਨ ਲਈ ਲਗਾਏ ਗਏ STP ਪਲਾਂਟ ਦੇ ਮੁਕੰਮਲ ਢੰਗ ਨਾਲ ਕੰਮ ਨਾ ਕਰਨ ਕਾਰਨ ਦੂਸ਼ਿਤ ਪਾਣੀ ਬੁੱਢੇ ਨਾਲੇ ਵਿੱਚ ਰਲਦਾ ਜਾ ਰਿਹਾ। ਦਰਿਆ ਦੇ ਕਰੀਬ ਮਹਾਨਗਰ ਵਿੱਚ ਚੱਲਦੇ 230 ਦੇ ਕਰੀਬ ਡਾਈਂਗ ਯੂਨਿਟ, ਹਜ਼ਾਰਾਂ ਦੀ ਗਿਣਤੀ ਵਿੱਚ ਉਦਯੋਗਿਕ ਇਕਾਈਆਂ ਤੇ ਇਲੈਕਟ੍ਰੋਪੋਰੇਟਿੰਗ ਦੇ ਯੂਨਿਟ ਵੀ ਪਾਣੀ ਨੂੰ ਪੂਰੀ ਤਰ੍ਹਾਂ ਨਾਲ ਸਾਫ਼ ਕੀਤੇ ਬਿਨਾਂ ਬੁੱਢੇ ਨਾਲੇ ਵਿੱਚ ਸੁੱਟਦੇ ਹਨ। ਪੰਜਾਬ ਵੱਲੋਂ ਸੂਬੇ ਦੀਆਂ 2 ਰਾਜ ਸਭਾ ਸੀਟਾਂ ਲਈ ਪ੍ਰਸਿੱਧ ਵਾਤਾਵਰਣ ਪ੍ਰੇਮੀ ਤੇ ਪਦਮ ਸ੍ਰੀ ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਪ੍ਰਸਿੱਧ ਪੰਜਾਬੀ ਸੱਭਿਆਚਾਰਕ ਪ੍ਰੇਮੀ ਤੇ ਪਦਮ ਸ੍ਰੀ ਬਿਕਰਮਜੀਤ ਸਿੰਘ ਸਾਨੀ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਰਾਜ ਸਭਾ ਲਈ ਦੋਵੇਂ ਉਮੀਦਵਾਰਾਂ ਦਾ ਨਿਰਵਿਰੋਧ ਚੁਣਿਆ ਜਾਣਾ ਨਿਸ਼ਚਿਤ ਹੈ। ਜ਼ਿਕਰਯੋਗ ਹੈ ਕਿ ਸੰਤ ਸੀਚੇਵਾਲ ਨੇ ਵਾਤਾਵਰਣ ਲਈ ਬਹੁਤ ਚੰਗੇ ਕੰਮ ਕੀਤੇ ਨੇ। ਸਾਲ 2007 ਵਿੱਚ ਸੀਚੇਵਾਲ ਨੇ 160 ਕਿਲੋਮੀਟਰ ਕਾਲੀ ਬਈ ਨਦੀ ਨੂੰ ਸਾਫ਼ ਕਰਵਾਇਆ ਸੀ। ਇਸ ਸਫਾਈ ਮੁਹਿੰਮ ਤੋਂ ਬਾਅਦ ਸੰਤ ਸੀਚੇਵਾਲ ਅਤੇ ਉਹਨਾਂ ਦਾ ਇਸ ਸਫਾਈ ਮਾਡਲ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੋਇਆ। ਵਾਤਾਵਰਣ ਲਈ ਲਗਾਤਾਰ ਨਿਰਸਵਾਰਥ ਕੰਮ ਕਰਨ ਤੇ ਸੀਚੇਵਾਲ ਨੂੰ ਪਦਮ ਸ੍ਰੀ ਅਵਾਰਡ ਨਾਲ ਨਿਵਾਜਿਆ ਗਿਆ ਤੇ ਲੋਕ ਉਹਨਾਂ ਨੂੰ ਈਕੋ ਬਾਬਾ ਦੇ ਨਾਮ ਨਾਲ ਵੀ ਸੱਚਦੇ ਨੇ। ਉੱਥੇ ਹੀ ਦੂਜੇ ਉਮੀਦਵਾਰ ਬਿਕਰਮਜੀਤ ਸਿੰਘ ਸਾਨੀ ਨੇ ਕੋਵਿਡ ਦੇ ਸਮੇਂ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਲੋਕਾਂ ਦੀ ਮਦਦ ਕੀਤੀ ਤੇ ਕੋਵਿਡ-19 ਦੇ ਪ੍ਰਕੋਪ ਤੋਂ
ਬਚਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ। ਪੰਜਾਬ ਦੇ ਪਿੰਡਾਂ ਵਿੱਚ ਕੋਵਿਡ-19 ਲਈ ਜਾਂਚ ਕਲੀਨਿਕ, ਐਂਬੂਲੈਂਸ ਅਤੇ 2000 ਤੋਂ ਜ਼ਿਆਦਾ ਆਕਸੀਜਨ ਸਿਲੰਡਰ ਪ੍ਰਦਾਨ ਕਰਵਾਏ ਸੀ। ਅਫਗਾਨਿਸਤਾਨ ਤੋਂ ਆਏ 500 ਸਿੱਖਾਂ ਤੇ ਹਿੰਦੂਆਂ ਦੇ ਪੁਨਰਵਾਸ ਲਈ ਉਹਨਾਂ ਨੇ ਕਾਫੀ ਕੰਮ ਕੀਤਾ। ਬਿਕਰਮਜੀਤ ਸਿੰਘ ਸਾਨੀ ਨੇ ਪੰਜਾਬੀ ਸੱਭਿਆਚਾਰ, ਭਾਸ਼ਾ ਤੇ ਸਿੱਖਿਆ ਦੇ ਖੇਤਰਾਂ 'ਚ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ ਹੈ ਅਤੇ ਸਾਲਾਂ ਤੋਂ ਸਮਾਜ ਕਲਿਆਣ ਦੇ ਕੰਮਾਂ ਨਾਲ ਜੁੜੇ ਹੋਏ ਨੇ। ਉਹਨਾਂ ਨੂੰ ਮੌਰੀਸ਼ੀਅਸ ਦੇ ਰਾਸ਼ਟਰਪਤੀ ਨੇ ਅੰਤਰਰਾਸ਼ਟਰੀ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਵਿਸ਼ਵ ਪੰਜਾਬੀ ਸੰਸਦੀ ਮੰਚ ਦਾ ਗਠਨ ਕਰਕੇ ਉਹਨਾਂ ਨੇ ਵਿਸ਼ਵ ਭਰ ਵਿੱਚ ਪੰਜਾਬੀ ਸੰਸਕ੍ਰਿਤੀ ਦੇ ਪ੍ਰਚਾਰ ਪ੍ਰਸਾਰ ਨੂੰ ਅੱਗੇ ਵਧਾਇਆ ਹੈ। ਸਾਨੀ ਨੇ ਬੋਲੇ ਸੋ ਨਿਹਾਲ, ਗੁਰੂ ਮਾਨਿਓ ਗ੍ਰੰਥ ਅਤੇ ਸਰਬੰਸ ਦਾਨੀ ਜਿਹੇ ਕਈ ਪ੍ਰੋਗਰਾਮ ਵੀ ਕਰਵਾਏ ਅਤੇ ਹਜ਼ਾਰਾਂ ਪੰਜਾਬੀ ਵਿਦਿਆਰਥੀਆਂ ਨੂੰ ਵਜ਼ੀਫਾ ਵੀ ਪ੍ਰਦਾਨ ਕੀਤਾ ਹੈ। ਬਿਕਰਮਜੀਤ ਸਿੰਘ ਸਾਨੀ ਨੇ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਰਾਸ਼ਟਰੀ ਪ੍ਰਧਾਨ ਹੁੰਦਿਆਂ 22 ਤੋਂ ਜ਼ਿਆਦਾ ਦੇਸ਼ਾਂ ਨਾਲ ਪੰਜਾਬ ਦੇ ਸਮਾਜਿਕ, ਆਰਥਿਕ ਅਤੇ ਸੰਸਕ੍ਰਿਤਿਕ ਰਿਸ਼ਤੇ ਕਾਇਮ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ। ਸੀਐਮ ਭਗਵੰਤ ਮਾਨ ਨੇ ਇਹਨਾਂ ਦੋਨਾਂ ਨੂੰ ਵਧਾਈ ਦਿੱਤੀ ਹੈ। ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਬਿਕਰਮਜੀਤ ਸਿੰਘ ਦੇ ਨਾਵਾਂ ਦੇ ਐਲਾਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ, ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਪਦਮ ਸ੍ਰੀ ਨਾਲ ਸਨਮਾਨਿਤ 2 ਲੋਕਾਂ ਨੂੰ ਪੰਜਾਬ ਤੋਂ ਰਾਜ ਸਭਾ ਮੈਂਬਰ ਵਜੋਂ ਨਾਮਜ਼ਦ ਕਰ ਰਹੀ ਹੈ। ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਵਾਤਾਵਰਣ ਨਾਲ ਸੰਬੰਧਿਤ ਆਪਣੇ ਮਹਾਨ ਕੰਮਾਂ ਲਈ ਅਤੇ ਬਿਕਰਮਜੀਤ ਸਿੰਘ ਸਾਨੀ ਨੂੰ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਪਦਮ ਸ੍ਰੀ ਸਨਮਾਨ ਮਿਲਿਆ ਹੈ। ਦੋਵਾਂ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।